ਸਲੋਕ ਮਹੱਲਾ ਪਹਿਲਾ। ਪੈ ਵਿੱਚ ਪਵਨ ਵਹੈ ਸਦ ਵਾਓ, ਪੈ ਵਿੱਚ ਚੱਲੈ ਲਖ ਦਰਿਆਓ। ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ। ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ। ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੈ ਜਾਵੈ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਕੀ ਵਾਰ ਦੀ ਚੌਥੀ ਪੌੜੀ ਦਾ ਜੋ ਪਹਿਲਾ ਸ਼ਲੋਕ ਹੈ ਉਸ ਨੂੰ ਵਾਚਣ ਦਾ ਯਤਨ ਕਰਾਂਗੇ, ਜਿਸ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੈ ਦੀ ਗੱਲ ਕੀਤੀ ਹੈ। ਇੱਥੋਂ ਅਸੀਂ ਭੈ ਦੇ ਇਹ ਵੀ ਅਰਥ ਕੱਢਾਂਗੇ ਕਿ ਉਸ ਪਰਮੇਸ਼ਵਰ ਦਾ ਹੁਕਮ, ਉਸ ਪਰਮੇਸ਼ਵਰ ਦਾ ਬਣਾਇਆ ਹੋਇਆ ਨਿਯਮ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਸਾਨੂੰ ਦੱਸਣਾ ਕਰਦੇ ਨੇ ਕਿ ਭਾਈ ਬ੍ਰਹਿਮੰਡ ਦੀ ਹਰੇਕ ਚੀਜ਼ ਹੀ ਉਸ ਪਰਮੇਸ਼ਵਰ ਦੇ ਭੈ ਵਿੱਚ ਹੈ। ਉਹਦੇ ਭੈ ਤੋਂ ਬਗੈਰ ਕੋਈ ਵੀ ਚੀਜ਼ ਨਹੀਂ ਹੈ, ਸਭ ਕੁਝ ਉਸ ਦੇ ਭੈ ਵਿੱਚ ਹੈ। ਸੋ ਅਸੀਂ ਜਿਸ ਵੇਲੇ ਬਚਨ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਭੈ ਵਿੱਚ ਪਵਨ ਵਹੈ ਸਦ ਵਾਓ। ਕਹਿਣ ਲੱਗੇ ਭਾਈ ਜਿਹੜੀ ਆ ਹਵਾ ਵਗ ਰਹੀ ਹੈ ਨਾ, ਇਹ ਹਵਾ ਵੀ ਉਸ ਪਰਮੇਸ਼ਵਰ ਦੇ ਭਾਣੇ ਦੇ ਵਿੱਚ ਹੈ, ਉਸ ਦੇ ਹੁਕਮ ਵਿੱਚ ਹੈ, ਉਸ ਦੇ ਡਰ ਦੇ ਵਿੱਚ ਹੈ। ਇੱਥੇ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ, ਜਦੋਂ ਅਸੀਂ ਡਰ ਦੀ ਗੱਲ ਕਰਦੇ ਹਾਂ ਤੇ ਭਾਈ ਜਿਹੜਾ ਬੰਦਾ ਸੰਸਾਰ ਤੋਂ ਡਰਦਾ ਹੈ ਨਾ, ਜਾਂ ਸੰਸਾਰਿਕ ਪੱਖ ਤੋਂ ਡਰਦਾ ਹੈ, ਸੰਸਾਰਿਕ ਕਿਸੇ ਬੰਦੇ ਤੋਂ ਡਰਦਾ ਹੈ, ਤੇ ਕਹਿੰਦੇ ਉਸ ਬੰਦੇ ਦੇ ਵਿੱਚ ਹੀਣਤਾ ਦਾ ਜਨਮ ਹੁੰਦਾ ਹੈ। ਉਸ ਬੰਦੇ ਦੇ ਵਿੱਚ ਕੀ ਜਨਮ ਲੈਂਦੀ ਹੈ? ਮੁਸ਼ਕਲਾਂ ਜਨਮ ਲੈਂਦੀਆਂ ਹਨ। ਉਸ ਬੰਦੇ ਦੇ ਮਨ ਦਾ ਟਿਕਾਓ ਜਿਹੜਾ ਕਦੇ ਨਹੀਂ ਬਣਦਾ ਜੇਕਰ ਕੋਈ ਬੰਦਾ ਸੰਸਾਰ ਤੋਂ ਭੈ ਖਾਂਦਾ ਹੈ ਜਾਂ ਸੰਸਾਰਿਕ ਬੰਦੇ ਤੋਂ ਭੈ ਖਾਂਦਾ ਹੈ, ਤੇ ਉਹਦੇ ਮਨ ਦੀ ਅਵਸਥਾ ਜਿਹੜੀ ਹੈ ਉਹ ਦਿਨ ਬ ਦਿਨ ਨੀਵੀਂ ਹੁੰਦੀ ਜਾਂਦੀ ਹੈ। ਪਰ ਜੇਕਰ ਅਸੀਂ ਨਿਰੰਕਾਰ ਦੇ ਭੈ ਦੀ ਗੱਲ ਕਰੀਏ ਤੇ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਨੇ, ਕਹਿੰਦੇ ਉਹ ਬੰਦੇ ਦੇ ਮਨ ਦੀ ਅਵਸਥਾ ਉੱਚੀ ਹੋਈ ਜਾਂਦੀ ਹੈ। ਜਦੋਂ ਇੱਕ ਮਨੁੱਖ ਨਿਰੰਕਾਰ ਤੋਂ ਡਰਦਾ ਹੈ, ਪਰਮੇਸ਼ਵਰ ਤੋਂ ਡਰਦਾ ਹੈ, ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚ ਚੜ੍ਹਦੀ ਕਲਾ, ਜੋ ਸਾਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹ ਬਖਸ਼ਿਸ਼ ਕੀਤੀ ਹੈ, ਮਨ ਦੀ ਚੜ੍ਹਦੀ ਕਲਾ, ਜੋ ਅਸੀਂ ਸਿੱਖੀ ਸਿਧਾਂਤਾਂ ਦੇ ਵਿੱਚ ਪੜ੍ਹਦੇ ਤੇ ਸੁਣਦੇ ਵੀ ਆਏ ਹਾਂ। ਇਹ ਚੜ੍ਹਦੀ ਕਲਾ ਦੀ ਅਵਸਥਾ ਉਦੋਂ ਬਣਦੀ ਹੈ ਜਦੋਂ ਇੱਕ ਮਨੁੱਖ ਪਰਮੇਸ਼ਵਰ ਦੇ ਭੈ ਵਿੱਚ ਹੈ, ਪਰ ਉਹ ਸੰਸਾਰ ਦੇ ਭੈ ਦੇ ਵਿੱਚ ਨਹੀਂ ਹੈ, ਸੰਸਾਰਿਕ ਪੱਖ ਤੋਂ ਕਿਸੇ ਦੇ ਭੈ ਦੇ ਵਿੱਚ ਨਹੀਂ ਹੈ। ਹਰੇਕ ਦਾ ਆਦਰ ਕਰਦਾ ਹੈ, ਸਨਮਾਨ ਕਰਦਾ ਹੈ, ਪਰ ਉਹ ਸੰਸਾਰ ਤੋਂ ਭੈ ਨਹੀਂ ਖਾਂਦਾ। ਜਿਵੇਂ ਕਿ ਅਸੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਬਚਨ ਪੜ੍ਹਦੇ ਹਾਂ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਗਿਆਨੀ ਕੌਣ ਹੈ? ਜਿਹੜਾ ਕਿਸੇ ਨੂੰ ਡਰ ਦਿੰਦਾ ਨਹੀਂ ਤੇ ਨਾ ਹੀ ਕਿਸੇ ਦਾ ਡਰ
ਮਹਿਸੂਸ ਕਰਦਾ ਹੈ। ਨਾ ਤਾਂ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਹੀ ਕਿਸੇ ਤੋਂ ਡਰਦਾ ਹੈ, ਉਹ ਗਿਆਨੀ ਹੈ। ਸੋ ਜੇਕਰ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਭਾਵ ਜਿਹੜਾ ਗੁਰਮੁਖ ਸੰਸਾਰ ਦੇ ਵਿੱਚ ਰਹਿੰਦਿਆਂ ਨਾ ਤਾਂ ਕਿਸੇ ਨੂੰ ਡਰ ਦਿੰਦਾ ਹੈ ਤੇ ਨਾ ਹੀ ਕਿਸੇ ਤੋਂ ਡਰਦਾ ਹੈ, ਪਰ ਉਹ ਪਰਮੇਸ਼ਵਰ ਦੇ ਡਰ ਵਿੱਚ ਹੈ। ਸੋ ਜਦੋਂ ਐਸੇ ਡਰ ਦੀ ਗੱਲ ਕਰਦੇ ਹਾਂ ਤੇ ਗੁਰੂ ਸਾਹਿਬ ਜੀ ਇੱਕ ਬਚਨ ਕਰਦੇ ਨੇ, ਕਹਿੰਦੇ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਕਹਿੰਦੇ ਭਾਈ ਜੇਕਰ ਨਿਰੰਕਾਰ ਦਾ ਡਰ ਸਾਡੇ ਹਿਰਦੇ ਘਰ ਵਿੱਚ ਪੈਦਾ ਹੋ ਜਾਏਗਾ, ਫਿਰ ਸੰਸਾਰ ਦਾ ਡਰ ਖਤਮ ਹੋ ਜਾਏਗਾ। ਡੱਡਾ ਡਰ ਉਪਜੈ ਡਰ ਜਾਈ, ਕਿਹੜਾ ਡਰ ਉਪਜੇ? ਨਿਰੰਕਾਰ ਦਾ ਡਰ, ਪਰਮੇਸ਼ਵਰ ਦਾ ਡਰ, ਪਰਮੇਸ਼ਵਰ ਦਾ ਹੁਕਮ ਸਾਡੇ ਅੰਦਰ ਪੈਦਾ ਹੋ ਜਾਵੇ ਤੇ ਕਹਿੰਦੇ ਸੰਸਾਰ ਦਾ ਡਰ ਖਤਮ ਹੋ ਜਾਂਦਾ ਹੈ। ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਬਚਨ ਹੈ, ਕਹਿਣ ਲੱਗੇ ਭੈ ਵਿੱਚ ਜੰਮੈ ਭੈ ਮਰੈ, ਭੀ ਭਉ ਮਨ ਮਹਿ ਹੋਏ, ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਹੁਣ ਇਹਦੇ ਵਿੱਚ ਗੁਰੂ ਸਾਹਿਬ ਜੀ ਕੀ ਬਚਨ ਕਰਦੇ ਨੇ? ਕਹਿੰਦੇ ਮਨੁੱਖ ਸੰਸਾਰ ਦੇ ਭੈ ਦੇ ਵਿੱਚ ਜੰਮਦਾ ਹੈ ਤੇ ਇਸ ਤਰ੍ਹਾਂ ਹੀ ਮਰ ਜਾਂਦਾ ਹੈ, ਉਹਦਾ ਇਹ ਭੈ ਖਤਮ ਨਹੀਂ ਹੁੰਦਾ। ਜਦੋਂ ਅਸੀਂ ਉੱਪਰਲੀ ਪੰਕਤੀ ਵਿੱਚ ਪੜ੍ਹਦੇ ਹਾਂ ਬਚਨ, ਉਹ ਭੈ ਕਿਹੜਾ ਹੈ? ਸੰਸਾਰਿਕ ਭੈ, ਭੈ ਵਿੱਚ ਜੰਮੈ ਭੈ ਮਰੈ। ਤੇ ਕਹਿੰਦੇ ਪਰ ਜੇਕਰ ਉਸ ਮਨੁੱਖ ਦੇ ਜੀਵਨ ਦੇ ਵਿੱਚ ਸੰਸਾਰ ਦਾ ਭੈ ਖਤਮ ਹੋ ਕੇ ਨਿਰੰਕਾਰ ਦਾ ਭੈ ਪੈਦਾ ਹੋ ਜਾਵੇ ਤੇ ਮਹਾਰਾਜ ਜੀ ਕੀ ਬਚਨ ਕਰਦੇ? ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਫਿਰ ਕਹਿੰਦੇ ਉਹਦਾ ਜਿਹੜਾ ਜੀਵਨ ਹੈ ਉਹ ਸੁਹੇਲਾ ਬਣ ਜਾਂਦਾ ਹੈ। ਹੁਣ ਇੱਥੇ ਆਪਾਂ ਇਹੀ ਬਚਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਦੇ ਵਿੱਚੋਂ ਸਿੱਖਣਾ ਹੈ, ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਦੱਸਣਾ ਕਰਦੇ ਨੇ ਭਾਈ ਕੋਈ ਵੀ ਚੀਜ਼ ਉਸ ਪਰਮੇਸ਼ਵਰ ਦੇ ਭੈ ਤੋਂ ਬਗੈਰ ਨਹੀਂ ਹੈ। ਮਹਾਰਾਜ ਦਾ ਬਚਨ ਹੈ ਭੈ ਵਿੱਚ ਪਵਨ ਵਹੈ ਸਦਵਾਓ, ਕਹਿੰਦੇ ਜਿਹੜੀ ਹਵਾ ਵਗ ਰਹੀ ਹੈ ਇਹ ਵੀ ਭੈ ਦੇ ਵਿੱਚ ਹੈ, ਉਸ ਪਰਮੇਸ਼ਵਰ ਦੇ ਭੈ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ। ਤੇ ਜੇਕਰ ਆਪਾਂ ਨੂੰ ਪਤਾ ਹੈ, ਜੇ ਇਸ ਭੈ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਰਮੇਸ਼ਵਰ ਦੇ ਦੱਸੇ ਹੋਏ ਨਿਯਮ ਵਿੱਚ ਹੈ। ਨਿਯਮ ਨੂੰ ਜੇਕਰ ਆਪਾਂ ਸਿੱਖੀ ਸਿਧਾਂਤਾਂ ਦੇ ਨਾਲ ਜੋੜ ਕੇ ਦੇਖੀਏ ਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਉਸ ਦੀ ਬਣਾਈ ਹੋਈ ਰਹਿਤ ਤੇ ਮਰਿਆਦਾ ਦੇ ਵਿੱਚ ਹੈ। ਕਿਉਂਕਿ ਗੁਰਸਿੱਖ ਨੂੰ ਕਿਸ ਤਰ੍ਹਾਂ ਗੁਰੂ ਦੇ ਭੈ ਦੇ ਵਿੱਚ ਰਹਿਣਾ ਹੈ? ਗੁਰੂ ਦੀ ਦੱਸੀ ਹੋਈ ਰਹਿਤ ਦੇ ਵਿੱਚ ਰਹਿਣਾ ਹੈ, ਉਹਦੀ ਦੱਸੀ ਹੋਈ ਮਰਿਆਦਾ ਦੇ ਵਿੱਚ ਰਹਿਣਾ ਹੈ। ਜਿਵੇਂ ਇੱਕ ਹਵਾ ਜਦੋਂ ਆਪਣੀ ਰਹਿਤ ਨੂੰ ਛੱਡ ਦਿੰਦੀ ਹੈ ਜਾਂ ਪਰਮੇਸ਼ਵਰ ਦੇ ਭੈ ਤੋਂ ਥੋੜ੍ਹੀ ਕੁ ਦੂਰ ਹੋ ਜਾਂਦੀ ਹੈ ਜਾਂ ਪਰਮੇਸ਼ਵਰ ਦੀ ਦੱਸੀ ਹੋਈ ਮਰਿਆਦਾ ਤੋਂ ਦੂਰ ਹੋ ਜਾਂਦੀ ਹੈ ਤੇ ਆਪ ਜੀ ਨੂੰ ਪਤਾ ਹੈ ਕਿੰਨਾ ਨੁਕਸਾਨ ਉਹ ਕਰਦੀ ਹੈ ਇਸ ਸੰਸਾਰ ਦੇ ਵਿੱਚ ਇੱਕ ਹਵਾ। ਤੇ ਇਸੇ ਤਰ੍ਹਾਂ ਹੀ ਜੇਕਰ ਮਨੁੱਖ ਪਰਮੇਸ਼ਵਰ ਦੇ ਭੈ ਤੋਂ ਬਗੈਰ ਜੀਵਨ ਜਿਉਂਦਾ ਹੈ, ਗੁਰੂ ਦੀ ਦੱਸੀ ਹੋਈ ਰਹਿਤ ਤੇ ਮਰਿਆਦਾ ਤੋਂ ਬਗੈਰ ਜੀਵਨ ਜਿਉਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਉਹ ਆਪਣੇ ਲਈ ਤਾਂ ਨੁਕਸਾਨਦੇਹ ਹੈ ਹੀ ਹੈ, ਕਹਿੰਦੇ ਉਹ ਆਪਣੇ ਆਸੇ ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਲਈ ਵੀ ਨੁਕਸਾਨਦੇਹ ਹੈ। ਸੋ ਇੱਥੇ ਗੁਰੂ ਸਾਹਿਬ ਜੀ ਸਾਨੂੰ ਦੱਸ ਕੇ ਇਹ ਸਮਝਾਉਣਾ ਚਾਹੁੰਦੇ ਨੇ ਭਾਈ ਉਸ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ, ਉਸ ਗੁਰੂ ਦੀ ਰਹਿਤ ਨੂੰ ਮੰਨ, ਮਰਿਆਦਾ ਨੂੰ ਮੰਨ। ਭੈ ਵਿੱਚ ਚੱਲੈ ਲੱਖ ਦਰਿਆਓ, ਕਹਿੰਦੇ ਭਾਈ ਆ ਜਿਹੜਾ ਦਰਿਆ ਵਹਿ ਰਿਹਾ ਏ, ਲੱਖਾਂ ਦਰਿਆ ਵਹਿ ਰਹੇ ਨੇ ਨਾ, ਇਹ ਵੀ ਉਹਦੇ ਭੈ ਦੇ ਵਿੱਚ ਹੈ। ਨਹੀਂ ਤੇ ਆਪ ਜੀ ਨੂੰ ਪਤਾ ਹੈ ਕਿ 70% ਇੱਥੇ ਪਾਣੀ ਹੈ ਤੇ ਦੇਖੋ 30% ਧਰਤੀ ਹੈ, ਪਰ ਕਿਸ ਤਰ੍ਹਾਂ ਪਰਮੇਸ਼ਵਰ ਨੇ ਟਿਕਾਇਆ ਹੋਇਆ ਇਹ ਸਾਰਾ ਸਿਸਟਮ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬਚਨ ਕਰ ਰਹੇ ਨੇ, ਕਹਿਣ ਲੱਗੇ ਭੈ ਵਿੱਚ ਅਗਨ ਕੱਢੈ ਵੇਗਾਰ। ਕਹਿੰਦੇ ਇਹ ਜਿਹੜੀ ਅੱਗ ਹੈ ਇੱਥੇ ਵੇਗਾਰ ਤੋਂ ਭਾਵ ਕਿਸੇ ਦਾ ਕੰਮ ਕਰਦੀ ਹੈ, ਕਹਿੰਦੇ ਇਹ ਵੀ ਉਸ ਪਰਮੇਸ਼ਵਰ ਦੇ ਭੈ ਦੇ ਵਿੱਚ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਕਹਿੰਦੇ ਭਾਈ ਜਿਸ ਧਰਤੀ ਤੇ ਤੂੰ ਤੁਰ ਰਿਹਾ ਹੈ ਉਹ ਧਰਤੀ ਵੀ ਉਸ ਪਰਮੇਸ਼ਵਰ ਦੇ ਭੈ ਵਿੱਚ ਹੈ, ਹੁਕਮ ਵਿੱਚ ਹੈ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਕਹਿੰਦੇ ਜਿਹੜਾ ਇੰਦਰ ਹੈ, ਇੰਦਰ ਤੋਂ ਭਾਵ ਮੇਘ, ਮੇਘ ਤੋਂ ਭਾਵ ਆ ਜਿਹੜੀ ਮੀਂਹ ਵਰਖਾ ਏ, ਇਹ ਵੀ ਸਭ ਕੁਛ ਉਸ ਦੇ ਭੈ ਦੇ ਵਿੱਚ ਹੈ। ਭੈ ਵਿੱਚ ਰਾਜਾ ਧਰਮ ਦੁਆਰ, ਕਹਿੰਦੇ ਧਰਮ ਦਾ ਜਿਹੜਾ ਰਾਜ ਹੈ, ਜਿਵੇਂ ਆਪਾਂ ਪਿਛਲੀਆਂ ਪੌੜੀਆਂ ਦੇ ਵਿੱਚ ਬਚਨ ਪੜ੍ਹ ਕੇ ਤੇ ਸੁਣ ਕੇ ਗਏ ਹਾਂ ਕਿ ਪਰਮੇਸ਼ਵਰ ਨੇ ਇੱਕ ਧਰਮ ਦਾ ਰਾਜ ਬਣਾਇਆ ਹੋਇਆ ਹੈ। ਜਿਸ ਧਰਮ ਦੇ ਰਾਜ ਦੇ ਵਿੱਚ ਕੀ ਹੈ, ਉੱਥੇ ਕਰਮਾਂ ਅਨੁਸਾਰ ਯਾਨੀ ਕਿ ਲੇਖੇ ਕੀਤੇ ਜਾਂਦੇ ਨੇ।
ਕਰਮਾਂ ਅਨੁਸਾਰ ਜੀਵਾਂ ਨੂੰ ਉਹਨਾਂ ਦੇ ਫਲ ਦਿੱਤੇ ਜਾਂਦੇ ਨੇ। ਕਹਿਣ ਤੋਂ ਭਾਵ ਉਹ ਧਰਮ ਦਾ ਰਾਜ ਜਿਹੜਾ ਹੈ ਉਸ ਪਰਮੇਸ਼ਵਰ ਦੇ ਭੈ ਵਿੱਚ ਹੈ, ਹੁਕਮ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਕਹਿੰਦੇ ਭਾਈ ਆ ਜਿਹੜੇ ਤੂੰ ਸੂਰਜ ਦੇਖ ਰਿਹਾ ਹੈ, ਲੱਖਾਂ ਕਰੋੜਾਂ ਸੂਰਜ ਨੇ, ਲੱਖਾਂ ਕਰੋੜਾਂ ਚੰਦਰਮਾ ਹਨ, ਇਹ ਸਾਰੇ ਹੀ ਉਹਦੇ ਭੈ ਵਿੱਚ ਚੱਲ ਰਹੇ ਨੇ ਤੇ ਕਿੰਨਾ ਕਿੰਨਾ ਰਸਤਾ ਤੈਅ ਕਰ ਰਹੇ ਨੇ, ਪਰ ਕੋਈ ਉਲਾਮਾ ਨਹੀਂ, ਕਿਉਂਕਿ ਉਹਦੇ ਹੁਕਮ ਵਿੱਚ ਨੇ। ਕੋਹ ਕਰੋੜੀ ਚਲਤ ਨਾਨਤ। ਕਹਿੰਦੇ ਪਤਾ ਨਹੀਂ ਕਿੰਨੇ ਕਰੋੜ ਕੋਹ ਚੱਲ ਰਹੇ ਨੇ, ਪਰ ਫਿਰ ਵੀ ਉਹਨਾਂ ਨੇ ਕਦੇ ਉਲਾਮਾ ਨਹੀਂ ਦਿੱਤਾ, ਕਿਉਂਕਿ ਉਹ ਪਰਮੇਸ਼ਵਰ ਦੇ ਬਣਾਏ ਹੋਏ ਨੇ ਤੇ ਪਰਮੇਸ਼ਵਰ ਦੇ ਹੁਕਮ ਵਿੱਚ ਹਨ। ਭੈ ਵਿੱਚ ਸਿੱਧ ਬੁੱਧ ਸੁਰਨਾਥ। ਸਿੱਧ ਤੋਂ ਭਾਵ ਜਿਨ੍ਹਾਂ ਨੇ ਸਿੱਧੀਆਂ ਦੀ ਪ੍ਰਾਪਤੀ ਕੀਤੀ ਹੈ, ਬੁੱਧ ਤੋਂ ਭਾਵ ਜਿਨ੍ਹਾਂ ਨੇ ਗਿਆਨ ਇਕੱਠਾ ਕੀਤਾ ਹੋਇਆ ਹੈ, ਸੁਰਨਾਥ ਤੋਂ ਭਾਵ ਦੇਵੀ ਦੇਵਤੇ, ਨਾਥ। ਕਹਿੰਦੇ ਇਹ ਸਾਰੇ ਹੀ ਉਸ ਪਰਮੇਸ਼ਵਰ ਦੇ ਭੈ ਵਿੱਚ ਹਨ। ਭੈ ਵਿੱਚ ਆ ਡਾਣੇ ਆਕਾਸ਼। ਕਹਿੰਦੇ ਜਿਹੜਾ ਆਕਾਸ਼ ਤੂੰ ਦੇਖ ਰਿਹਾ ਹੈ ਇਹ ਕਿਸ ਤਰ੍ਹਾਂ ਟਿਕਿਆ ਹੋਇਆ ਹੈ, ਉਸ ਪਰਮੇਸ਼ਵਰ ਦੇ ਭੈ ਦੇ ਵਿੱਚ ਟਿਕਿਆ ਹੋਇਆ ਹੈ। ਭੈ ਵਿੱਚ ਜੋਧ ਮਹਾਬਲ ਸੂਰ। ਕਹਿੰਦੇ ਭਾਈ ਆ ਜਿਹੜੇ ਯੋਧੇ ਸੂਰਮੇ ਨੇ, ਮਹਾਬਲੀ ਨੇ, ਕਹਿੰਦੇ ਸਾਰੇ ਹੀ ਉਸ ਪਰਮੇਸ਼ਵਰ ਦੇ ਭੈ ਵਿੱਚ ਹਨ। ਭੈ ਵਿੱਚ ਆਵੈ ਜਾਵੈ ਪੂਰ। ਕਹਿੰਦੇ ਜਿਹੜੇ ਵੀ ਜੀਵ ਇਸ ਸੰਸਾਰ ਦੇ ਵਿੱਚ ਆਉਂਦੇ ਤੇ ਜਾਂਦੇ ਨੇ ਉਹ ਸਾਰੇ ਹੀ ਪਰਮੇਸ਼ਵਰ ਦੇ ਭੈ ਵਿੱਚ ਹਨ, ਹੁਕਮ ਵਿੱਚ ਹਨ। ਸਗਲਿਆ ਭਉ ਲਿਖਿਆ ਸਿਰਲੇਖ। ਕਹਿੰਦੇ ਭਾਈ ਹਰੇਕ ਦੇ ਸਿਰ ਉੱਤੇ, ਜਾਂ ਇੰਜ ਕਹਿ ਲਵੋ ਹਰੇਕ ਦੇ ਸਿਰ ਤੇ ਉਸ ਪਰਮੇਸ਼ਵਰ ਦਾ ਭੈ ਰੂਪੀ ਡੰਡਾ ਹੈ, ਉਸ ਪਰਮੇਸ਼ਵਰ ਦਾ ਬਣਾਇਆ ਹੋਇਆ ਨਿਯਮ ਹੈ ਜੋ ਹਰੇਕ ਤੇ ਲਾਗੂ ਹੋਣਾ ਹੈ। ਭਾਵ ਸਭ ਕੁਛ ਹੀ ਉਸ ਪਰਮੇਸ਼ਵਰ ਦੇ ਭੈ ਦੇ ਵਿੱਚ ਹੈ, ਪਰਮੇਸ਼ਵਰ ਦੇ ਅਧੀਨ ਹੈ, ਕੋਈ ਵੀ ਪਰਮੇਸ਼ਵਰ ਤੋਂ ਬਾਹਰ ਨਹੀਂ ਹੈ। ਅੱਗੇ ਬਚਨ ਕਰਦੇ ਨੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕਹਿਣ ਲੱਗੇ ਭਾਈ ਜੇਕਰ ਕੋਈ ਨਿਰਭਉ ਹੈ ਤੇ ਉਹ ਕੌਣ ਹੈ? ਪਰਮੇਸ਼ਵਰ ਖੁਦ ਆਪ ਹੈ। ਪਰਮੇਸ਼ਵਰ ਖੁਦ ਆਪ ਹੀ ਐਸਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ, ਜੋ ਕਿਸੇ ਦੇ ਭੈ ਦੇ ਵਿੱਚ ਨਹੀਂ, ਜੋ ਕਿਸੇ ਦੇ ਹੁਕਮ ਵਿੱਚ ਨਹੀਂ, ਉਹ ਆਪਣੇ ਆਪੇ ਦੇ ਵਿੱਚ ਹੈ। ਸਾਰਾ ਬ੍ਰਹਿਮੰਡ ਉਸ ਦੇ ਭੈ ਦੇ ਵਿੱਚ ਹੈ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਸਾਨੂੰ ਇਹੀਓ ਸਮਝਾਉਣਾ ਕਰਦੇ ਨੇ। ਸੋ ਜਦੋਂ ਅਸੀਂ ਅਗਲਾ ਸ਼ਲੋਕ ਪੜ੍ਹਦੇ ਹਾਂ ਜਿੱਥੇ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ